ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਅਤੇ Facebook ਪੇਜ ਬਲਜੀਤ ਸਿੰਘ ਦਿੱਲੀ ਤੇ ਬਹੁਤ-ਬਹੁਤ ਸਵਾਗਤ ਹੈ। ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ 6 ਨੰਬਰ ਸ਼ਲੋਕ ਦੀ ਵਿਚਾਰ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਬੀਰ ਜਾਂ ਦਿਨ ਹਉ ਮੂਆ ਪਾਛੈ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਕਬੀਰ ਜਾਂ ਦਿਨ ਹਉ ਮੂਆ, ਇੱਕ ਇੱਕ ਲਫ਼ਜ਼ ਦੇ ਵੱਲ ਗੌਰ ਕਰਿਓ। ਹੇ ਕਬੀਰ, ਜਾਂ ਦਿਨ ਦਾ ਅਰਥ ਹੈ ਜਿਸ ਦਿਨ, ਜਿਸ ਪਲ, ਜਿਸ ਵੇਲੇ, ਜਿਸ ਘੜੀ, ਜਿਸ ਸੈਕਿੰਡ, ਕੁਝ ਵੀ ਕਹਿ ਲਓ। ਜਾਂ ਦਿਨ ਹਉ ਮੂਆ, ਹਉ ਦਾ ਅਰਥ ਹੈ ਈਗੋ, ਹਉਮੈ, ਹੰਕਾਰ, ਤੇ ਮੂਆ ਦਾ ਅਰਥ ਹੈ ਮਰ ਜਾਣਾ। ਕਹਿੰਦੇ ਜਿਸ ਦਿਨ ਮੇਰੇ ਅੰਦਰੋਂ ਹਉ ਮੂਆ, ਹਉਮੈ ਮਰ ਗਈ, ਹੰਕਾਰ ਮਰ ਗਿਆ, ਈਗੋ ਮਰ ਗਈ, ਵਾਪਰਿਆ ਪਤਾ ਕੀ? ਪਾਛੈ, ਹਉਮੈ ਦੇ ਮਰਨ ਤੋਂ ਬਾਅਦ ਪਾਛੈ ਭਇਆ ਆਨੰਦ। ਫਿਰ ਮੇਰੇ ਜੀਵਨ ਦੇ ਵਿੱਚ ਬਸ ਆਨੰਦ ਹੀ ਆਨੰਦ ਆ ਗਿਆ। ਮੇਰੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਪ੍ਰਗਟ ਹੋ ਗਿਆ। ਹੁਣ ਬਸ ਖੇੜਾ ਹੀ ਖੇੜਾ ਹੈ, ਖੁਸ਼ੀ ਹੀ ਖੁਸ਼ੀ ਹੈ, ਆਨੰਦ ਹੀ ਆਨੰਦ ਹੈ, ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਹੈ। ਹੁਣ ਗੌਰ ਕਰਿਓ, ਹਉਮੈ ਜਿਹੜੀ ਹੈ ਨਾ, ਹੁੰਦੀ ਸਾਰਿਆਂ ਦੇ ਵਿੱਚ ਹੈ। ਤੁਹਾਡੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ। ਦੁਨੀਆ ਦੇ ਵਿੱਚ ਕੋਈ ਵੀ ਮਨੁੱਖ ਐਸਾ ਦਾਅਵਾ ਨਹੀਂ ਕਰ ਸਕਦਾ ਕਿ ਮੇਰੇ ਅੰਦਰ ਹਉਮੈ ਨਹੀਂ ਹੈਗੀ। ਹਉਮੈ ਸਾਰਿਆਂ ਦੇ ਅੰਦਰ ਹੀ ਹੈ। ਤੇ ਕੱਲੀ ਗੱਲ ਹਉਮੈ ਦੀ ਵੀ ਨਹੀਂ ਹੈ, ਬਾਕੀ ਦੇ ਜਿਹੜੇ 4 ਵਿਕਾਰ ਨੇ, ਕਾਮ, ਕ੍ਰੋਧ, ਲੋਭ ਤੇ ਮੋਹ, ਇਹ 4, ਤੇ 5ਵੇਂ ਨੰਬਰ ਦੇ ਉੱਤੇ ਹੰਕਾਰ, ਇਹ ਸਾਰਿਆਂ ਦੇ ਅੰਦਰ ਹੀ ਹੈਗੇ ਨੇ। ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਇਸ ਦੇਹੀ ਦੇ ਵਿੱਚ, ਇਸ ਸਰੀਰ ਦੇ ਵਿੱਚ ਇਹ ਪੰਜੇ ਹੀ ਨੇ। ਹੁਣ ਕੋਈ ਮਨੁੱਖ ਇਹ ਉਦਮ ਕਰੇ ਕਿ ਮੈਂ ਨਾ ਇਹਨਾਂ 5 ਵਿਕਾਰਾਂ ਨੂੰ ਆਪਣੇ ਸਰੀਰ ਵਿੱਚੋਂ ਬਾਹਰ ਕੱਢ ਦਿਆਂਗਾ, ਸੱਚ ਕਰਕੇ ਜਾਣਿਓ, ਇੰਪੋਸੀਬਲ ਹੈ। ਐਸਾ ਹੋ ਨਹੀਂ ਸਕਣਾ। ਇਹ 5 ਦੇ 5 ਵਿਕਾਰ ਬੰਦੇ ਦੇ ਸਰੀਰ ਦੇ ਵਿੱਚ ਹੀ ਰਹਿਣੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਸਰੀਰ ਦੇ ਵਿੱਚ ਹੀ ਰਹਿਣੇ ਨੇ। ਤੇ ਜਿਹੜੇ ਗੁਣ ਨੇ, ਸਤ, ਸੰਤੋਖ, ਦਇਆ, ਧੀਰਜ, ਉਦਮ, ਇਮਾਨਦਾਰੀ, ਇਹ ਸਭ ਵੀ ਬੰਦੇ ਦੇ ਸਰੀਰ ਦੇ ਵਿੱਚ ਹੀ ਰਹਿਣੇ ਨੇ। ਕਿਸੇ ਨੂੰ ਵੀ ਬਾਹਰ ਨਹੀਂ ਕੱਢਿਆ ਜਾ ਸਕਦਾ, ਨਾ ਵਿਕਾਰਾਂ ਨੂੰ, ਨਾ ਚੰਗੇ ਗੁਣਾਂ ਨੂੰ। ਜਦੋਂ ਗੱਲ ਆਪਾਂ ਵਿਕਾਰਾਂ ਦੀ ਕਰਦੇ ਪਏ ਆ, ਹਉ ਦੀ ਗੱਲ ਚੱਲ ਰਹੀ ਹੈ, ਈਗੋ ਦੀ ਗੱਲ ਚੱਲਦੀ ਪਈ ਹੈ, ਇੱਥੇ ਗੱਲ ਆਈ ਹੈ ਵੀ ਹਉ ਮੂਆ, ਹਉਮੈ ਮਰ ਗਈ, ਈਗੋ ਮਰ ਗਈ। ਪਰ ਕੀ ਇਹ ਪੋਸੀਬਲ ਹੈ ਕਿ ਹਉਮੈ ਮਰ ਜਾਵੇ, ਹਉਮੈ ਖਤਮ ਹੋ ਜਾਵੇ? ਵੇਖੋ, ਗੌਰ ਕਰਿਓ, 2 ਗੱਲਾਂ ਨੇ। ਪਹਿਲੀ ਗੱਲ ਤੇ ਇਹ ਹੈ ਕਿ ਇਹਨਾਂ ਨੂੰ ਸਰੀਰ ਦੇ ਵਿੱਚੋਂ ਤੇ ਬਾਹਰ ਕੱਢ ਕੇ ਰੱਖਿਆ ਨਹੀਂ ਜਾ ਸਕਦਾ, ਰਹਿਣੇ ਇਹ ਅੰਦਰ ਹੀ ਨੇ। ਫਿਰ ਕੀਤਾ ਕੀ ਜਾਵੇ? ਕੀਤਾ ਇਹ ਜਾ ਸਕਦਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਭੈੜਾ ਪ੍ਰਭਾਵ ਵੀ ਹੈਗਾ, ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਚੰਗਾ ਪ੍ਰਭਾਵ ਵੀ ਹੈਗਾ। ਹੁਣ ਇਹ ਸਾਡੇ ਉੱਤੇ ਹੈ ਕਿ ਅਸੀਂ ਇਹਨਾਂ ਦਾ ਚੰਗਾ ਪ੍ਰਭਾਵ ਲੈਣਾ ਹੈ ਜਾਂ ਮਾੜਾ ਪ੍ਰਭਾਵ ਲੈਣਾ ਹੈ। ਇਹ ਸਾਡੇ ਤੇ ਡਿਪੈਂਡ ਕਰਦਾ ਹੈ ਨਾ। ਦੁਨੀਆ ਦੇ ਵਿੱਚ ਬਹੁਤੇ ਬੰਦੇ ਐਸੇ ਨੇ ਜਿਹੜੇ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾ ਭੈੜਾ ਪ੍ਰਭਾਵ ਲੈ ਕੇ ਬੈਠੇ ਹੋਏ ਨੇ, ਜਿਨ੍ਹਾਂ ਨੇ ਹਉਮੈ ਦਾ ਭੈੜਾ ਪ੍ਰਭਾਵ ਲਿਆ ਹੋਇਆ ਹੈ। ਬਲਕਿ ਚਾਹੀਦਾ ਕੀ ਹੈ ਕਿ ਇਹਨਾਂ ਦਾ ਚੰਗਾ ਪ੍ਰਭਾਵ ਲਿਆ ਜਾਵੇ। ਹਉਮੈ ਦਾ ਚੰਗਾ ਪ੍ਰਭਾਵ ਜੀਵਨ ਦੇ ਵਿੱਚ ਹੋਵੇ, ਕੋਈ ਮਾੜੀ ਗੱਲ ਨਹੀਂ, ਬੜੀ ਵਧੀਆ ਗੱਲ ਹੈ। ਕਾਮ ਦਾ ਚੰਗਾ ਪ੍ਰਭਾਵ ਜੀਵਨ ਦੇ ਵਿੱਚ ਹੋਵੇ, ਕੋਈ ਮਾੜੀ ਗੱਲ ਨਹੀਂ, ਬੜੀ ਵਧੀਆ ਗੱਲ ਹੈ। ਜਿਵੇਂ ਫੋਰ ਐਗਜ਼ਾਮਪਲ, ਕਾਮ ਦਾ ਚੰਗਾ ਪ੍ਰਭਾਵ ਕੀ ਹੈ ਤੇ ਕਾਮ ਦਾ ਮਾੜਾ ਪ੍ਰਭਾਵ ਕੀ ਹੈ? ਪਹਿਲਾਂ ਮਾੜੇ ਪ੍ਰਭਾਵ ਦੀ ਗੱਲ ਕਰੀਏ। ਜਿਸ ਮਨੁੱਖ ਦੇ ਅੰਦਰ ਕਾਮ ਹੈ, ਹੈਗਾ ਸਾਰਿਆਂ ਦੇ ਵਿੱਚ ਹੀ ਹੈ।
ਹੁਣ ਜਿਸ ਮਨੁੱਖ ਦੇ ਜੀਵਨ ਵਿੱਚ ਕਾਮ ਦਾ ਭੈੜਾ ਪ੍ਰਭਾਵ ਹੈ ਨਾ, ਉਹ ਪਤਾ ਕੀ ਕਰੇਗਾ? ਉਹ ਰੇਪ ਕਰੇਗਾ, ਬਲਾਤਕਾਰ ਕਰੇਗਾ, ਕਿਸੇ ਦੀ ਧੀ ਭੈਣ ਦੇ ਨਾਲ ਛੇੜਖਾਨੀ ਕਰੇਗਾ, ਕੁਝ ਗਲਤ ਕਰਨ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਕਾਮ ਦਾ ਭੈੜਾ ਪ੍ਰਭਾਵ ਉਹਦੇ ਵਿੱਚ ਹੈਗਾ ਏ। ਪਰ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਕਾਮ ਦਾ ਚੰਗਾ ਪ੍ਰਭਾਵ ਹੋਵੇਗਾ, ਕਾਮ ਦੀ ਵਰਤੋਂ ਉਹ ਵੀ ਕਰੇਗਾ, ਪਰ ਕਿਸ ਪਾਸੇ ਕਰੇਗਾ? ਕਿਸੇ ਦੀ ਧੀ ਭੈਣ ਨੂੰ ਛੇੜਨ ਵਾਸਤੇ ਨਹੀਂ ਕਰੇਗਾ, ਰੇਪ ਜਾਂ ਬਲਾਤਕਾਰ ਕਰਨ ਵਾਸਤੇ ਨਹੀਂ ਕਰੇਗਾ। ਉਹ ਕਾਮ ਦੀ ਵਰਤੋਂ ਕਰੇਗਾ ਆਪਣੇ ਪਰਿਵਾਰ ਨੂੰ ਅੱਗੇ ਤੋਰਨ ਵਾਸਤੇ। ਆਪਣੀ ਪਤਨੀ ਦੇ ਨਾਲ ਉਹ ਰਿਲੇਸ਼ਨ ਰੱਖੇਗਾ ਆਪਣੇ ਪਰਿਵਾਰ ਨੂੰ ਸੋਹਣੇ ਢੰਗ ਨਾਲ ਤੋਰਨ ਵਾਸਤੇ। ਉਹ ਕਾਮ ਦੀ ਗਲਤ ਵਰਤੋਂ ਨਹੀਂ ਕਰੇਗਾ, ਕਿਉਂਕਿ ਉਹਨੂੰ ਇੱਕ ਦਾਇਰੇ ਦੇ ਵਿੱਚ ਰਹਿਣਾ ਆ ਗਿਆ। ਇਸੇ ਤਰ੍ਹਾਂ ਗੱਲ ਜਿਹੜੀ ਹੈ ਉਹ ਹਉਮੈ ਦੀ ਹੈ, ਈਗੋ ਦੀ ਹੈ। ਤੁਸੀਂ ਬੜੇ ਬੰਦੇ ਸਮਾਜ ਵਿੱਚ ਐਸੇ ਵੇਖੇ ਹੋਣਗੇ ਜਿਹੜੇ ਨਾ ਇਹ ਦਾਅਵੇ ਕਰਦੇ ਤੁਹਾਨੂੰ ਮਿਲ ਜਾਣਗੇ, ਵੇਖੋ ਜੀ ਸਾਡੇ ਧਰਮ ਵਰਗਾ ਤੇ ਧਰਮ ਕਿਸੇ ਦਾ ਨਹੀਂ, ਜਿੰਨਾ ਵਧੀਆ ਸਾਡਾ ਧਰਮ ਹੈ ਨਾ ਦੁਨੀਆ ਦੇ ਵਿੱਚ ਹੋਰ ਕੋਈ ਧਰਮ ਇੰਨਾ ਵਧੀਆ ਨਹੀਂ ਹੋਣਾ। ਇਹ ਦਾਅਵੇ ਕਰਦੇ ਤੁਹਾਨੂੰ ਬੰਦੇ ਮਿਲ ਜਾਣਗੇ। ਜਿੰਨੇ ਵੀ ਇਹ ਸੋ ਕਾਲਡ ਰਿਲੀਜਨ ਨੇ ਨਾ, ਇਹਨਾਂ ਦੇ ਜਿਹੜੇ ਪੈਰੋਕਾਰ ਨੇ, ਜਿਹੜੇ ਇਹਨਾਂ ਰਿਲੀਜਨਸ ਨੂੰ ਮੰਨਣ ਵਾਲੇ ਨੇ, ਇਹਨਾਂ ਅਖੌਤੀ ਧਰਮਾਂ ਨੂੰ ਜਿਹੜੇ ਮੰਨਣ ਵਾਲੇ ਨੇ, ਉਹ ਇਹ ਦਾਅਵੇ ਕਰਦੇ ਤੁਹਾਨੂੰ ਮਿਲ ਹੀ ਜਾਣਗੇ। ਕੋਈ ਕਹਿੰਦਾ ਸਾਡਾ ਧਰਮ ਚੰਗਾ ਹੈ, ਕੋਈ ਕਹਿੰਦਾ ਸਾਡਾ ਧਰਮ ਚੰਗਾ ਹੈ, ਕੋਈ ਕਹਿੰਦਾ ਸਾਡੇ ਧਰਮ ਵਾਲਿਆਂ ਨੇ ਜਿਹੜੀ ਡਰੈਸ ਬਣਾਈ ਹੈ ਨਾ ਉਹ ਡਰੈਸ ਸਭ ਤੋਂ ਵਧੀਆ ਹੈ। ਆ ਫਲਾਣਿਆਂ ਦੀ ਡਰੈਸ ਕਿੱਡੀ ਭੈੜੀ ਹੈ, ਇਹ ਫਲਾਣਿਆਂ ਦਾ ਧਰਮ ਕਿੰਨਾ ਭੈੜਾ। ਇਹ ਗੱਲਾਂ ਕਰਦੇ ਲੋਕ ਤੁਹਾਨੂੰ ਮਿਲ ਜਾਣਗੇ। ਤੇ ਫਿਰ ਉਹਨਾਂ ਹੀ ਅਖੌਤੀ ਧਰਮਾਂ ਦੇ ਵਿੱਚ ਸੰਪਰਦਾਵਾਂ ਬਣੀਆਂ ਹੋਈਆਂ ਨੇ। ਇੱਕ ਅਖੌਤੀ ਧਰਮ ਹੈ, ਉਹਦੀਆਂ ਕਈ ਸੰਪਰਦਾਵਾਂ ਨੇ। ਦੂਜਾ ਅਖੌਤੀ ਧਰਮ ਹੈ, ਉਹਦੀਆਂ ਕਈ ਸੰਪਰਦਾਵਾਂ ਨੇ। ਤੇ ਉਹ ਸੰਪਰਦਾਵਾਂ ਵਾਲੇ ਸਾਰੇ ਹੀ ਇਹ ਢਿੰਡੋਰਾ ਪਿੱਟ ਰਹੇ ਨੇ। ਸਾਡੀ ਸੰਪਰਦਾ ਜਿਹੜੀ ਹੈ ਨਾ ਉਹ ਸਭ ਤੋਂ ਟੌਪ ਦੀ ਹੈ। ਸਾਡੀ ਸੰਪਰਦਾ ਜਿਹੜੀ ਹੈ ਨਾ ਉਹ ਫਲਾਣਿਆਂ ਨੇ ਚਲਾਈ ਸੀ। ਸਾਡੀ ਸੰਪਰਦਾ ਜਿਹੜੀ ਹੈ ਨਾ ਉਹ ਫਲਾਣਿਆਂ ਨੇ ਚਲਾਈ ਸੀ, ਇਸ ਕਰਕੇ ਸਾਡੀ ਸੰਪਰਦਾ ਜ਼ਿਆਦਾ ਉੱਚੀ ਹੈ, ਤੁਹਾਡੀ ਸੰਪਰਦਾ ਜਿਹੜੀ ਹੈ ਉਹ ਇੰਨੀ ਉੱਚੀ ਨਹੀਂ ਹੈ। ਇਹ ਗੱਲਾਂ ਕਰਦੇ ਤੁਹਾਨੂੰ ਲੋਕ ਮਿਲ ਜਾਣਗੇ। ਕੋਈ ਕਹੇਗਾ ਸਾਡੀ ਕੌਮ ਜਿਹੜੀ ਹੈ ਨਾ ਉਹ ਸਭ ਤੋਂ ਟੌਪ ਲੈਵਲ ਦੀ ਹੈ, ਇਹ ਬਾਕੀ ਕੌਮਾਂ ਜਿਹੜੀਆਂ ਨੇ ਨਾ 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 ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਕੋਈ ਕਹੇਗਾ ਜਿੰਨਾ ਵਧੀਆ ਲੰਗਰ ਅਸੀਂ ਛਕਾ ਸਕਦੇ ਆ ਨਾ ਕੋਈ ਨਹੀਂ ਛਕਾ ਸਕਦਾ। ਇਹ ਕੀ ਹੈ ਸਭ ਕੁਝ? ਇਹ ਲੋਕ ਹਜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਧਰਮੀ ਆ, ਪਰ ਈਗੋ ਹੈ ਸਾਰੀ ਦੀ ਸਾਰੀ, ਇਹ ਹੰਕਾਰ ਹੈ ਸਾਰੇ ਦਾ ਸਾਰਾ ਕਿ ਮੇਰਾ ਧਰਮ ਚੰਗਾ, ਮੇਰੀ ਕੌਮ ਚੰਗੀ, ਮੇਰੀ ਸੰਪਰਦਾ ਚੰਗੀ, ਮੇਰੇ ਧਰਮ ਵਾਲਿਆਂ ਨੇ ਜਿਹੜੇ ਕੱਪੜੇ ਮੈਨੂੰ ਪਵਾਏ ਨੇ, ਜਿਹੜੀ ਇਹ ਡਰੈਸ ਪਵਾਈ ਹੈ ਇਹ ਡਰੈਸ ਸਭ ਤੋਂ ਚੰਗੀ, ਬਾਕੀ ਸਭ ਮਾੜੇ ਨੇ, ਬਸ ਆ ਮੇਰਾ ਧਰਮ ਜਿਹੜਾ ਹੈ ਨਾ ਇਹ ਸਭ ਤੋਂ ਟੌਪ ਲੈਵਲ ਦਾ ਹੈ। ਤੇ ਕੱਲੀ ਇਹਨਾਂ ਲੋਕਾਂ ਦੀ ਗੱਲ ਨਹੀਂ ਜਿਹੜੇ ਅਖੌਤੀ ਧਰਮਾਂ ਦੇ ਨਾਲ ਜੁੜੇ ਹੋਏ ਨੇ। ਤੁਸੀਂ ਆਮ ਸਮਾਜ ਦੇ ਵਿੱਚ ਵੇਖ ਲਓ, ਇੱਥੇ ਵੀ ਤੇ ਇਹੀ ਸਭ ਕੁਝ ਚੱਲਦਾ ਪਿਆ ਨਾ। ਕੋਈ ਕਹਿੰਦਾ ਮੇਰਾ ਘਰ ਜਿਹੜਾ ਹੈ ਨਾ ਉਹ ਸਭ ਤੋਂ ਵਧੀਆ ਹੈ, ਦੁਨੀਆ ਦੇ ਲੋਕਾਂ ਦੇ ਕੋਲ ਇਹੋ ਜਿਹਾ ਘਰ। ਮੇਰਾ ਪੁੱਤਰ ਜਿਹੜਾ ਹੈ ਨਾ ਉਹ ਸਭ ਤੋਂ ਵਧੀਆ ਹੈ, ਕਿਸੇ ਕੋਲ ਮੇਰੇ ਪੁੱਤ ਵਰਗਾ ਪੁੱਤ। ਬੜੇ ਲੋਕ ਤੁਹਾਨੂੰ ਇਦਾਂ ਦੀਆਂ ਗੱਲਾਂ ਕਰਦੇ ਮਿਲ ਜਾਣਗੇ। ਜਿੰਨੇ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੀ ਧੀ ਦਾ ਵਿਆਹ ਕੀਤਾ ਸੀਗਾ ਉਹ ਫਲਾਣੇ ਦਾ ਕਰ ਹੀ ਨਹੀਂ ਸਕੇ ਜੀ। ਅਸੀਂ ਤਾਂ 2 ਕਰੋੜ ਲਾਇਆ ਸੀਗਾ, ਫਲਾਣਿਆਂ ਦੇ ਕੋਲੋਂ ਤਾਂ 1 ਕਰੋੜ ਵੀ ਨਹੀਂ ਲੱਗਾ। ਇਦਾਂ ਦੀਆਂ ਗੱਲਾਂ ਕਰਦੇ ਤੁਹਾਨੂੰ ਲੋਕ ਮਿਲ ਜਾਣਗੇ। ਇਹ ਕੀ ਹੈ ਸਭ ਕੁਝ? ਹਉਮੈ ਹੈ। ਤੇ ਹਉਮੈ ਜਿਹੜੀ ਹੈ ਨਾ ਉਹ ਸਿਰ ਦੇ ਉੱਤੇ ਚੜ ਕੇ ਬੋਲਦੀ ਪਈ ਹੈ, ਸਿਰ ਦੇ ਉੱਤੇ ਚੜ ਕੇ ਬੋਲਦੀ ਪਈ, ਤੇ ਬੰਦੇ ਦਾ ਦਿਮਾਗ ਖਰਾਬ ਹੋਇਆ ਹੋਇਆ ਇਸ ਹਉਮੈ ਦੇ ਵਿੱਚ। ਪਰ ਫਿਰ ਵੀ ਆਪਣੇ ਆਪ ਨੂੰ ਬੜਾ ਵਧੀਆ ਤੇ ਧਰਮੀ ਇਨਸਾਨ ਮੰਨਦਾ ਇਹੋ ਜਿਹਾ ਬੰਦਾ। ਤੇ ਕਈ ਬੰਦੇ ਤੇ ਐਸੇ ਨੇ ਜਿਨ੍ਹਾਂ ਨੂੰ ਇਹ ਵੀ ਹੰਕਾਰ ਹੋ ਜਾਂਦਾ ਹੈ ਜਿੰਨਾ ਪਾਠ ਮੈਂ ਕਰਦਾ ਵਾਂ ਨਾ ਮੇਰੇ ਵਰਗਾ ਪਾਠ ਤੇ ਕੋਈ ਕਰ ਨਹੀਂ ਸਕਦਾ। ਜਿੰਨਾ ਵਧੀਆ ਕੀਰਤਨ ਮੈਂ ਕਰ ਲੈਂਦਾ ਵਾਂ ਨਾ ਇੰਨਾ ਵਧੀਆ ਕੀਰਤਨ ਤੇ ਕੋਈ ਕਰ ਨਹੀਂ ਸਕਦਾ। ਜਿੰਨੀ ਵਧੀਆ ਕਥਾ ਮੈਂ ਕਰ ਲੈਂਦਾ ਵਾਂ ਨਾ ਇੰਨੀ ਵਧੀਆ ਕਥਾ ਕੋਈ ਕਰ ਨਹੀਂ ਸਕਦਾ। ਮਤਲਬ ਹਰ ਬੰਦਾ, ਕੋਈ ਬੰਦਾ ਕਿਸੇ ਨੌਕਰੀ ਦੇ ਉੱਤੇ ਲੱਗਾ ਹੈ ਉਹ ਆਪਣੀ ਨੌਕਰੀ ਦਾ ਹੰਕਾਰ ਕਰੀ ਜਾਂਦਾ, ਮੇਰੀ ਨੌਕਰੀ ਸਭ ਤੋਂ ਵਧੀਆ। ਕੋਈ ਬਿਜ਼ਨਸ ਕਰ ਰਿਹਾ ਉਹ ਆਪਣੇ ਬਿਜ਼ਨਸ ਦਾ ਹੀ ਹੰਕਾਰ ਕਰੀ ਜਾਂਦਾ, ਕਿਸੇ ਨੂੰ ਆਪਣੇ ਬੈਂਕ ਬੈਲੈਂਸ ਦਾ ਹੰਕਾਰ ਹੈ।
ਵੀ ਸਭ ਤੋਂ ਵਧੀਆ ਬਸ ਅਸੀਂ ਹਾਂ, ਸਭ ਤੋਂ ਵਧੀਆ ਬਸ ਮੈਂ ਹੀ ਹਾਂ। ਜਿਹੜੀ ਇਹ ਚੀਜ਼ ਬੰਦੇ ਦੇ ਅੰਦਰ ਆ ਜਾਂਦੀ ਹੈ ਨਾ, ਇਹ ਹੈ ਹਉਮੈ। ਕਈ ਵਾਰ ਤੁਸੀਂ ਵੇਖਿਆ ਹੋਏਗਾ, ਕਈ ਵਾਰ ਨਾ ਜਿਹੜੀ ਸਾਡੀ ਭਾਸ਼ਾ ਦੇ ਵਿੱਚ ਕੁਝ ਲਫ਼ਜ਼ ਆ ਜਾਂਦੇ ਨੇ ਵੀ ਇਹ ਘਰ ਮੇਰਾ ਹੈ। ਹੁਣ ਕਿਸੇ ਨੇ ਪੁੱਛਿਆ ਵੀ ਤੁਹਾਡਾ ਘਰ ਕਿੱਥੇ ਹੈ, ਤੇ ਇੰਝ ਹੀ ਬੋਲਿਆ ਜਾਏਗਾ ਨਾ ਵੀ ਇਹ ਮੇਰਾ ਘਰ ਹੈ। ਦੱਸਿਆ ਗਿਆ ਨੋਰਮਲ ਇਹ ਭਾਸ਼ਾ ਹੈ ਸਾਡੀ, ਉਹਦੇ ਵਿੱਚ ਮੈਂ ਕਹਿਣਾ, ਮੇਰਾ ਕਹਿਣਾ, ਇਹ ਮੇਰੀ ਗੱਡੀ ਹੈ, ਠੀਕ ਹੈ, ਨੋਰਮਲ ਸਾਡੀ ਭਾਸ਼ਾ ਹੈ। ਇਹਨੂੰ ਹਉਮੈ ਨਹੀਂ ਕਿਹਾ ਜਾਂਦਾ। ਕਈ ਲੋਕਾਂ ਨੂੰ ਇਹ ਚੀਜ਼ ਹਉਮੈ ਲੱਗਦੀ ਹੈ ਵੀ ਇਹ ਮੈਂ ਕਹਿ ਦਿੱਤਾ, ਮੇਰਾ ਕਹਿ ਦਿੱਤਾ ਤੇ ਇਹ ਹਉਮੈ ਹੋ ਗਈ। ਨਹੀਂ, ਇਹ ਹਉਮੈ ਨਹੀਂ ਹੈ। ਲੋਕਾਂ ਨੇ ਕੀਤਾ ਪਤਾ ਕੀ, ਮੈਂ ਮੇਰਾ ਕਹਿਣਾ ਛੱਡ ਦਿੱਤਾ, ਦਾਸ ਕਹਿਣਾ ਸ਼ੁਰੂ ਕਰ ਦਿੱਤਾ। ਇਹ ਦਾਸ ਦਾ ਘਰ ਹੈ, ਇਹ ਦਾਸ ਦੀ ਗੱਡੀ ਹੈ, ਇਹ ਦਾਸ ਦਾ ਪੁੱਤ ਹੈ, ਇਹ ਦਾਸ ਦੀ ਧੀ ਹੈ। ਭਾਵੇਂ ਦਾਸ ਕਹਿ ਲਓ, ਭਾਵੇਂ ਮੈਂ ਕਹਿ ਲਓ, ਮੇਰਾ ਕਹਿ ਲਓ, ਕੋਈ ਫਰਕ ਨਹੀਂ ਪੈਂਦਾ। ਗੱਲ ਤੇ ਇੰਟੈਂਸ਼ਨ ਦੀ ਹੈ। ਗੱਲ ਤੇ ਇਹ ਹੈ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲਦਾ ਪਿਆ ਹੈ। ਇੱਕ ਬੰਦਾ ਜਿਹੜਾ ਹੈ ਉਹ ਮੈਂ ਮੇਰਾ ਕਹਿ ਰਿਹਾ ਹੈ, ਪਰ ਉਹਦੇ ਅੰਦਰ ਈਗੋ ਹੈ ਹੀ ਨਹੀਂ, ਠੀਕ ਹੈ ਨਾ। ਈਗੋ ਦਾ ਜਿਹੜਾ ਭੈੜਾ ਪ੍ਰਭਾਵ ਹੈ ਉਹਦੇ ਅੰਦਰ ਹੈ ਹੀ ਨਹੀਂ। ਤੇ ਇੱਕ ਬੰਦਾ ਦਾਸ ਦਾਸ ਕਹੀ ਜਾਂਦਾ ਹੈ ਵੀ ਇਹ ਦਾਸ ਦੀ ਚੀਜ਼ ਹੈ, ਆਹ ਦਾਸ ਦਾ ਘਰ ਹੈ, ਤੇ ਅੰਦਰੋਂ ਦੀ ਹੰਕਾਰ ਦੇ ਭੈੜੇ ਪ੍ਰਭਾਵ ਨਾਲ ਭਰਿਆ ਪਿਆ ਹੈ। ਵੇਖੋ, ਗੱਲ ਜਿਹੜੀ ਹੈ ਉਹ ਸਾਰੀ ਦੀ ਸਾਰੀ ਇੰਟੈਂਸ਼ਨ ਦੀ ਹੈ, ਤੁਹਾਡੀ ਸੋਚਣੀ ਦੀ ਹੈ, ਠੀਕ ਹੈ। ਜੇ ਬੰਦੇ ਦੀ ਸੋਚ ਈਗੋ ਵਾਲੀ ਹੈ ਨਾ, ਤਾਂ ਫਿਰ ਤਾਂ ਬਸ ਬੇੜਾ ਗਰਕ ਹੀ ਹੈ। ਉਹ ਬੰਦਾ ਸਾਰੀ ਜ਼ਿੰਦਗੀ ਇਸੇ ਹੰਕਾਰ 'ਚ ਹੀ ਰਹਿ ਜਾਂਦਾ ਹੈ, ਮੇਰਾ ਚੰਗਾ, ਮੇਰਾ ਚੰਗਾ, ਮੇਰਾ ਚੰਗਾ, ਮੇਰਾ ਚੰਗਾ। ਬਸ ਵਿਖਾਵਿਆਂ ਦੇ ਵਿੱਚ, ਉਹ ਵਿਖਾਵਿਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਕੱਢ ਦੇਗਾ। ਪਰ ਅਸੀਂ ਵਿਖਾਵਿਆਂ ਵਾਲੇ ਪਾਸੇ ਨਹੀਂ ਜਾਣਾ। ਅਸੀਂ ਸੱਚੇ ਧਰਮ ਨਾਲ ਜੁੜਨਾ ਹੈ। ਇਹਨਾਂ ਅਖੌਤੀ ਧਰਮਾਂ ਦੇ ਪਿੱਛੇ ਨਹੀਂ ਲੱਗਣਾ। ਅਸੀਂ ਸੱਚੇ ਧਰਮ ਨਾਲ ਜਿਸ ਦਿਨ ਜੁੜ ਜਾਵਾਂਗੇ ਨਾ, ਉਸ ਦਿਨ ਸਾਡਾ ਜੀਵਨ ਜਿਹੜਾ ਹੈ ਉਹ ਖੂਬਸੂਰਤ ਬਣਨ ਵਾਲੇ ਪਾਸੇ ਨੂੰ ਤੁਰ ਪਏਗਾ। ਤੇ ਸੱਚਾ ਧਰਮ ਕੀ ਹੈ? ਸੱਚ ਨੂੰ ਸਮਝਣਾ। ਏਕੋ ਧਰਮ ਦ੍ਰਿੜੈ ਸੱਚ ਕੋਈ। ਜਿਸ ਦਿਨ ਸੱਚ ਨੂੰ ਸਮਝਣਾ ਸ਼ੁਰੂ ਕਰ ਦਿੱਤਾ, ਉਸ ਦਿਨ ਜੀਵਨ ਆਪੇ ਬਹੁਤ ਵਧੀਆ ਬਣ ਜਾਏਗਾ। ਜਿਸ ਦਿਨ ਚੰਗੇ ਗੁਣਾਂ ਨਾਲ ਸਾਂਝ ਪਾਉਣ ਵਾਲੇ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ, ਉਦਮ ਕਰਨਾ ਸ਼ੁਰੂ ਕਰ ਦਿੱਤਾ, ਹੰਕਾਰ ਨੇ ਤੇ ਆਪੇ ਹੀ ਪਾਸੇ ਹੋ ਜਾਣਾ। ਪਰ ਉਦਮ ਤੇ ਕਰਨਾ ਪਏਗਾ ਨਾ, ਕਿ ਮੈਂ ਸੱਚ ਵਾਲੇ ਪਾਸੇ ਨੂੰ ਉਦਮ ਕਰਾਂ, ਮੈਂ ਦਇਆ ਵਾਲੇ ਪਾਸੇ ਨੂੰ ਉਦਮ ਕਰਾਂ, ਮੈਂ ਇਮਾਨਦਾਰੀ ਵਾਲੇ ਪਾਸੇ ਨੂੰ ਉਦਮ ਕਰਾਂ, ਮੈਂ ਆਪਣੀ ਸੋਚ ਜਿਹੜੀ ਹੈ ਉਹਨੂੰ ਨੇਕ ਬਣਾਵਾਂ। ਜਦੋਂ ਬੰਦੇ ਦਾ ਉਦਮ ਇਸ ਪਾਸੇ ਨੂੰ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਨਾ ਹਉਮੈ ਦਾ ਭੈੜਾ ਪ੍ਰਭਾਵ ਆਪਣੇ ਜੀਵਨ ਦੇ ਵਿੱਚੋਂ ਖਤਮ ਕਰਨਾ ਹੈ, ਤੇ ਚੰਗਾ ਪ੍ਰਭਾਵ ਮੈਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਹੈ। ਤੇ ਚੰਗਾ ਪ੍ਰਭਾਵ ਮੇਰੇ ਜੀਵਨ 'ਚ ਕਿਵੇਂ ਆਏਗਾ? ਜਦੋਂ ਮੈਂ ਗੁਣਾਂ ਨਾਲ ਸਾਂਝ ਪਾਉਣੀ ਸ਼ੁਰੂ ਕਰ ਦਿਆਂਗਾ, ਜਦੋਂ ਮੈਂ ਇਸ ਗੱਲ ਨੂੰ ਸਮਝਣਾ ਸ਼ੁਰੂ ਕਰ ਦਿਆਂਗਾ ਕਿ ਹਉਮੈ ਦੇ ਭੈੜੇ ਪ੍ਰਭਾਵ ਦੇ ਵਿੱਚੋਂ ਨਿਕਲਣਾ ਕੱਖ ਵੀ ਨਹੀਂ ਹੈ, ਸਿਰਫ ਖੁਆਰੀ ਨਿਕਲੇਗੀ, ਸਿਰਫ ਖੁਆਰੀ, ਸਿਰਫ ਪਰੇਸ਼ਾਨੀ ਨਿਕਲੇਗੀ। ਬੰਦਾ ਹੰਕਾਰ ਦੇ ਵਿੱਚ ਆ ਕੇ ਵੱਡੀਆਂ ਵੱਡੀਆਂ ਗੱਲਾਂ ਤੇ ਕਰ ਲੈਂਦਾ ਹੈ, ਪਰ ਜਿਹੜੀ ਅੰਦਰ ਕਚਹਿਰੀ ਲੱਗੀ ਹੋਈ ਹੈ ਨਾ, ਇੱਥੇ ਬੰਦਾ ਅੰਦਰੋਂ ਹੀ ਅੰਦਰੋਂ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਮੂੰਹ ਤੋਂ ਜਿਹੜੀਆਂ ਗੱਲਾਂ ਕਰ ਰਿਹਾ ਹੁੰਦਾ ਨਾ, ਉਹ ਨਿਰੀਆਂ ਝੱਖਾਂ ਹੁੰਦੀਆਂ ਨੇ, ਬੇਸਿਰ ਪੈਰ ਦੀਆਂ ਗੱਲਾਂ ਹੁੰਦੀਆਂ ਨੇ। ਮੂੰਹ ਤੋਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਪਰ ਅੰਦਰ ਉਹਦੇ ਕੱਖ ਵੀ ਨਹੀਂ ਹੁੰਦਾ। ਮੂੰਹ ਤੋਂ ਕਹਿੰਦਾ ਮੈਂ ਧਰਮ ਦੀਆਂ ਗੱਲਾਂ ਕਰਦਾ ਪਿਆ, ਪਰ ਅੰਦਰ ਤੇ ਹਾਹਾਕਾਰ ਮਚੀ ਹੁੰਦੀ ਹੈ। ਮੂੰਹ ਤੋਂ ਕਹਿੰਦਾ ਮੈਂ ਬਹੁਤ ਵੱਡਾ ਧਰਮੀ ਆ, ਪਰ ਜ਼ੁਬਾਨ ਦੇ ਉੱਤੇ ਗਾਲਾਂ ਹੁੰਦੀਆਂ ਨੇ। ਮੂੰਹ ਤੋਂ ਕਹਿੰਦਾ ਮੈਂ ਬਹੁਤ ਵੱਡਾ ਧਰਮੀ ਆ, ਮੈਂ ਫਲਾਣੇ ਗੁਰੂ ਦਾ ਸਿੱਖ ਹਾਂ, ਬੜੀਆਂ ਗੱਲਾਂ ਇਹੋ ਜਿਹੀਆਂ ਕਰੇਗਾ, ਪਰ ਜੇਕਰ ਹਰਕਤਾਂ ਵੇਖਾਂਗੇ ਤਾਂ ਨਿਰੇ ਗੁੰਡੇ ਨੇ, ਬਦਮਾਸ਼ ਨੇ, ਗੁੰਡਾਗਰਦੀ ਕਰਨ ਵਾਲੇ ਨੇ। ਬਹੁਤੇ ਬੰਦੇ ਤੇ ਐਸੇ ਨੇ ਜਿਹੜੇ ਹੈਗੇ ਸਿਰੇ ਦੇ ਗੁੰਡੇ ਨੇ, ਜਿਹੜੇ ਸਿਰੇ ਦੇ ਬਦਮਾਸ਼ ਨੇ, ਪਰ ਲੋਕਾਂ ਦੇ ਸਾਹਮਣੇ ਸਮਾਜ ਸੇਵਕ ਬਣ ਕੇ ਆਉਂਦੇ ਨੇ। ਲੋਕਾਂ ਦੇ ਸਾਹਮਣੇ ਸਮਾਜ ਸੇਵਕ ਬਣ ਕੇ ਆਉਂਦੇ ਨੇ। ਬਸ ਵਿਖਾਣਾ ਹੁੰਦਾ ਕਿ ਅਸੀਂ ਬੜੇ ਮਹਾਨ, ਪਰ ਇਹੋ ਜਿਹੇ ਲੋਕਾਂ ਦੀ ਪੋਲ ਵੀ ਜਿਹੜੀ ਹੈ ਨਾ, ਉਹ ਛੇਤੀ ਖੁੱਲ ਜਾਂਦੀ ਹੈ ਕਿ ਇਹ ਸਮਾਜ ਸੇਵਕ ਨਹੀਂ ਹੈਗੇ ਤੇ ਇਹ ਗੁੰਡੇ ਨੇ। ਇਹਨਾਂ ਦੇ ਰੋਜ਼ ਦਾ ਕੰਮ ਹੈ ਇਹ ਥਾਣਿਆਂ ਦੇ ਵਿੱਚ ਜਾ ਕੇ ਪੁਲਿਸ ਦੇ ਕੋਲੋਂ ਛਿੱਤਰ ਖਾਣ ਦਾ। ਮਤਲਬ ਇਹ ਹਿਸਾਬ ਉਹਨਾਂ ਲੋਕਾਂ ਦਾ ਬਣਿਆ, ਬਾਹਰੋਂ ਧਰਮੀ ਅੰਦਰੋਂ ਗੁੰਡੇ। ਬਾਹਰੋਂ ਧਰਮ ਦਾ ਹੰਕਾਰ ਹੈ, ਅੰਦਰੋਂ ਬਦਮਾਸ਼ ਨੇ, ਅੰਦਰੋਂ ਦੀ ਗੁੰਡੇ ਨੇ। ਸੋ ਉਦਮ ਕਿਹੜੇ ਪਾਸੇ ਨੂੰ ਕਰਨਾ ਪਏਗਾ ਸਾਨੂੰ? ਕਿ ਹਉਮੈ ਹੋਵੇ ਸਾਡੇ ਜੀਵਨ ਦੇ ਵਿੱਚ, ਪਰ ਹਉਮੈ ਦਾ ਚੰਗਾ ਪ੍ਰਭਾਵ ਹੋਵੇ। ਹਉਮੈ ਦਾ ਚੰਗਾ ਪ੍ਰਭਾਵ ਹੋਵੇ ਕਿ ਬੰਦਾ ਇਹ ਗੱਲ ਕਹੇ ਵੀ ਇਹ ਕੰਮ ਮੈਂ ਕੀਤਾ ਹੈ,
ਕਿਹਾ ਜਾ ਸਕਦਾ ਨਾ, ਇਹ ਕੰਮ ਮੈਂ ਕੀਤਾ ਹੈ, ਕਹਿ ਲਓ, ਕੋਈ ਮਾੜੀ ਗੱਲ ਨਹੀਂ। ਇਹ ਕੀ ਹੈ? ਕੌਨਫੀਡੈਂਸ ਹੈ ਆਪਣੇ ਆਪ ਦੇ ਉੱਤੇ, ਸੈਲਫ ਕੌਨਫੀਡੈਂਸ ਹੈ, ਹੋਣਾ ਚਾਹੀਦਾ, ਸਵੈਮਾਣ ਹੈ, ਹੋਣਾ ਚਾਹੀਦਾ, ਇਹ ਕੰਮ ਮੈਂ ਕੀਤਾ ਹੈ। ਪਰ ਨਾਲ ਇਹ ਵੀ ਗੱਲ ਕਹਿ ਦਿਓ ਕਿ ਦੁਨੀਆ ਦੇ ਵਿੱਚ ਐਸਾ ਕੰਮ ਕੋਈ ਹੋਰ ਵੀ ਕਰ ਸਕਦਾ ਹੈ। ਠੀਕ ਹੈ ਨਾ, ਇਹਨੂੰ ਉਵੇਂ ਨਹੀਂ ਕਿਹਾ ਜਾਂਦਾ। ਜਿਸ ਬੰਦੇ ਦੇ ਅੰਦਰ ਇਹ ਵਿਚਾਰ ਆ ਜਾਂਦੀ ਨਾ ਵੀ ਇਹ ਕੰਮ ਮੈਂ ਕੀਤਾ ਹੈ, ਪਰ ਇਸ ਕੰਮ ਨੂੰ ਦੁਨੀਆ ਦੇ ਵਿੱਚ ਹੋਰ ਵੀ ਕੋਈ ਕਰ ਸਕਦਾ। ਹੁਣ ਹਉਮੈ ਕੀ ਹੈ? ਵੀ ਇਹ ਕੰਮ ਮੈਂ ਕੀਤਾ ਤੇ ਬਸ ਮੈਂ ਹੀ ਕਰ ਸਕਦਾ, ਦੁਨੀਆ ਦੇ ਵਿੱਚ ਦੂਜਾ ਕੋਈ ਜੰਮਿਆ ਨਹੀਂ ਜਿਹੜਾ ਇਸ ਕੰਮ ਨੂੰ ਕਰ ਜਾਵੇ। ਆ ਹੈ ਹਉਮੈ, ਜਿੱਥੇ ਬਸ ਆਪਣੇ ਆਪ ਨੂੰ ਹੀ ਚੰਗਾ ਕਹੀ ਜਾਣਾ, ਆਪਣੇ ਆਪ ਨੂੰ ਹੀ ਵਧੀਆ ਕਹੀ ਜਾਣਾ ਤੇ ਬਾਕੀਆਂ ਨੂੰ ਗਾਲਾਂ ਕੱਢੀ ਜਾਣੀਆਂ। ਇਹ ਹੈ ਹਉਮੈ। ਹੁਣ ਜਦੋਂ ਕਬੀਰ ਜੀ ਕਹਿੰਦੇ ਪਏ ਨੇ ਨਾ, ਕਬੀਰ ਜਾਂ ਦਿਨ ਹਉ ਮੂਆ, ਕਿ ਜਦੋਂ ਮੈਂ ਗੁਣਾਂ ਵਾਲੇ ਪਾਸੇ ਨੂੰ ਉਦਮ ਕਰਨਾ ਸ਼ੁਰੂ ਕੀਤਾ, ਜਦੋਂ ਮੈਂ ਸੱਚ ਵਾਲੇ ਪਾਸੇ ਨੂੰ, ਦਇਆ ਵਾਲੇ ਪਾਸੇ ਨੂੰ, ਸੰਤੋਖ ਵਾਲੇ ਪਾਸੇ ਨੂੰ, ਧੀਰਜ ਵਾਲੇ ਪਾਸੇ ਨੂੰ ਜਦੋਂ ਮੈਂ ਉਦਮ ਕਰਨਾ ਸ਼ੁਰੂ ਕੀਤਾ, ਤੇ ਹੋਇਆ ਕਿ ਕਬੀਰ ਜਾਂ ਦਿਨ ਹਉ ਮੂਆ, ਮੇਰੀ ਹਉਮੈ ਜਿਹੜੀ ਹੈ ਨਾ ਉਹ ਮਰ ਗਈ। ਇੱਥੇ ਹਉਮੈ ਮਰ ਗਈ ਦਾ ਅਰਥ ਕੀ ਹੈ? ਭਾਵ ਹਉਮੈ ਦਾ ਭੈੜਾ ਪ੍ਰਭਾਵ ਖਤਮ ਹੋ ਗਿਆ ਜੀਵਨ ਦੇ ਵਿੱਚੋਂ। ਚੰਗਾ ਪ੍ਰਭਾਵ ਹੈਗਾ, ਸੈਲਫ ਕੌਨਫੀਡੈਂਸ ਵਾਲੀ ਗੱਲ ਜਿਹੜੀ ਹੈ ਉਹ ਹੈਗੀ ਹੈ, ਸਵੈ ਮਾਣ ਵਾਲੀ ਗੱਲ ਜਿਹੜੀ ਹੈ ਉਹ ਹੈਗੀ ਹੈ, ਪਰ ਭੈੜਾ ਪ੍ਰਭਾਵ ਖਤਮ ਹੋ ਗਿਆ, ਈਗੋ ਦਾ ਭੈੜਾ ਪ੍ਰਭਾਵ ਮਰ ਗਿਆ। ਕਹਿੰਦੇ ਜਿਸ ਦਿਨ ਈਗੋ ਦਾ ਭੈੜਾ ਪ੍ਰਭਾਵ ਮਰਿਆ, ਕਬੀਰ ਜਾਂ ਦਿਨ ਹਉ ਮੂਆ, ਤੇ ਵਾਪਰਿਆ ਪਤਾ ਕੀ? ਪਾਛੈ। ਹਉਮੈ ਦੇ ਭੈੜੇ ਪ੍ਰਭਾਵ ਦੇ ਮਰਨ ਤੋਂ ਬਾਅਦ ਕੀ ਵਾਪਰਿਆ? ਪਾਛੈ ਭਇਆ ਆਨੰਦ। ਹੁਣ ਬਸ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਤੇ ਆਨੰਦ ਆਇਆ ਕਿਵੇਂ ਹੈ? ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਮੇਰੀ ਸਾਂਝ ਸੱਚੇ ਸਤਿਗੁਰੂ ਨਾਲ ਪਈ, ਸੱਚੇ ਗਿਆਨ ਦੇ ਨਾਲ ਜਦੋਂ ਮੇਰੀ ਸਾਂਝ ਪਈ, ਤਾਂ ਆਨੰਦ ਹੈ ਜੀਵਨ ਦੇ ਵਿੱਚ। ਸੱਚੇ ਗਿਆਨ ਨੇ ਤੇ ਮੈਨੂੰ ਦੱਸਿਆ ਨਾ ਕਿ ਹਉਮੈ ਦਾ ਭੈੜਾ ਪ੍ਰਭਾਵ ਹੈ ਨਾ ਜਿਹੜਾ, ਇਹ ਤਬਾਹੀ ਮਚਾਏਗਾ ਜੀਵਨ ਦੇ ਵਿੱਚ, ਇਹ ਖੁਸ਼ੀਆਂ ਨਹੀਂ ਆਣ ਦੇਵੇਗਾ, ਖੇੜਾ ਨਹੀਂ ਆਣ ਦੇਵੇਗਾ। ਜਦੋਂ ਮੇਰੇ ਸੱਚੇ ਸਤਿਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ, ਹਉਮੈ ਦਾ ਭੈੜਾ ਪ੍ਰਭਾਵ ਅੰਦਰੋਂ ਦੀ ਖਤਮ ਕਰ ਦਿੱਤਾ, ਚੰਗਾ ਪ੍ਰਭਾਵ ਉਜਾਗਰ ਕਰ ਦਿੱਤਾ, ਤੇ ਬਸ ਹੁਣ ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ, ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਹੈ। ਕਬੀਰ ਜਾਂ ਦਿਨ ਹਉ ਮੂਆ, ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ। ਕਹਿੰਦੇ ਹੁਣ ਵਾਪਰਿਆ ਪਤਾ ਕੀ ਹੈ? ਜਦੋਂ ਹਉਮੈ ਦਾ ਭੈੜਾ ਪ੍ਰਭਾਵ ਮਰ ਗਿਆ ਨਾ ਅੰਦਰੋਂ ਦੀ, ਤੇ ਹੁਣ ਮੈਨੂੰ ਮੇਰਾ ਪ੍ਰਭ ਮਿਲ ਗਿਆ। ਮੋਹੇ ਮਿਲਿਓ ਪ੍ਰਭ ਆਪਣਾ। ਉਹ ਪ੍ਰਭ ਕੀ ਹੈ? ਉਹ ਪ੍ਰਭ ਹੈ ਚੰਗੇ ਗੁਣ। ਉਹ ਚੰਗੇ ਗੁਣ ਜਿਹੜੇ ਮੇਰੇ ਅੰਦਰ ਹੀ ਪਏ ਸੀਗੇ, ਮੈਂ ਗੁਣਾਂ ਵਾਲੇ ਪਾਸੇ ਨੂੰ ਉਦਮ ਕਰ ਰਿਹਾ ਸੀ ਨਾ, ਪਰ ਹਜੇ ਤੱਕ ਪੂਰਨ ਤੌਰ ਦੇ ਉੱਤੇ ਗੁਣਾਂ ਦੇ ਨਾਲ ਸਾਂਝ ਨਹੀਂ ਸੀ ਪਈ। ਉਦਮ ਸੀਗਾ ਸੱਚ ਵਾਲੇ ਪਾਸੇ ਨੂੰ, ਦਇਆ ਵਾਲੇ ਪਾਸੇ ਨੂੰ, ਧੀਰਜ ਵਾਲੇ ਪਾਸੇ ਨੂੰ, ਇਮਾਨਦਾਰੀ ਵਾਲੇ ਪਾਸੇ ਨੂੰ, ਸ਼ੁਰੂਆਤ ਕਰ ਲਈ ਸੀ ਉਸ ਪਾਸੇ ਨੂੰ ਜਾਣ ਦੀ, ਪਰ ਪੂਰੀ ਤਰ੍ਹਾਂ ਸਾਂਝ ਨਹੀਂ ਸੀ ਪਈ, ਇੱਕ ਮਿੱਕ ਨਹੀਂ ਸੀ ਹੋਇਆ ਮੈਂ ਗੁਣਾਂ ਦੇ ਵਿੱਚ। ਪਰ ਜਿੱਦਾਂ ਹੀ ਹਉਮੈ ਦਾ ਭੈੜਾ ਪ੍ਰਭਾਵ ਖਤਮ ਹੋਇਆ ਜੀਵਨ ਦੇ ਵਿੱਚੋਂ, ਤੇ ਹੁਣ ਕੀ ਵਾਪਰਿਆ? ਹੁਣ ਮੋਹੇ ਮਿਲਿਓ ਪ੍ਰਭ ਆਪਣਾ। ਹੁਣ ਚੰਗੇ ਗੁਣਾਂ ਦੇ ਨਾਲ ਮੇਰੀ ਸਾਂਝ ਪੈ ਗਈ ਹੈ, ਮੈਨੂੰ ਮੇਰਾ ਪ੍ਰਭ ਮਿਲ ਗਿਆ। ਭਾਵ ਹੁਣ ਮੈਂ ਸੱਚ ਨਾਲ ਇੱਕਮਿਕ ਹੋ ਗਿਆ, ਹੁਣ ਮੈਂ ਦਇਆ ਨਾਲ, ਹੁਣ ਮੈਂ ਧੀਰਜ ਨਾਲ, ਹੁਣ ਮੈਂ ਇਮਾਨਦਾਰੀ ਦੇ ਨਾਲ ਮੈਂ ਇੱਕਮਿਕ ਹੋ ਗਿਆ। ਇਹ ਗੁੱਡ ਕੁਆਲਿਟੀਜ਼ ਮੇਰੇ ਜੀਵਨ ਦੇ ਵਿੱਚ ਆ ਗਈਆਂ, ਤੇ ਮੈਂ ਇਹਨਾਂ ਦੇ ਵਿੱਚ ਹੁਣ ਗੁੜਚ ਹੋਇਆ ਵਾਂ। ਠੀਕ ਹੈ ਨਾ? ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਤੇ ਮੇਰੇ ਜਿਹੜੇ ਇਹ ਸੰਗੀ ਨੇ, ਮੇਰੇ ਮਨ ਦੇ ਜਿਹੜੇ ਇਹ ਸੰਗੀ ਨੇ, ਕੌਣ ਕੌਣ? ਅੱਖਾਂ, ਕੰਨ, ਜ਼ੁਬਾਨ, ਹੱਥ ਪੈਰ, ਜਿਹੜੇ ਇਹ ਸੰਗੀ ਨੇ ਨਾ, ਇਹ ਵੀ ਹੁਣ ਗੋਬਿੰਦ ਨੂੰ ਭਜ ਰਹੇ ਨੇ। ਭਾਵ ਮੇਰਾ ਮਨ ਗੁਣਾਂ ਦੇ ਮੁਤਾਬਕ ਤੁਰ ਪਿਆ ਹੈ, ਤੇ ਇਹਨਾਂ ਅੱਖਾਂ ਨੇ ਵੀ ਗੁਣਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਇਹਨਾਂ ਕੰਨਾਂ ਨੇ ਵੀ ਗੁਣਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜ਼ੁਬਾਨ ਨੇ ਵੀ ਗੁਣਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਹੱਥਾਂ ਪੈਰਾਂ ਨੇ ਵੀ ਗੁਣਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਭਾਵ ਇਹ ਜਿਹੜੇ ਮੇਰੇ ਅੰਗ ਨੇ, ਇਹ ਵੀ ਗੁਣਾਂ ਦੇ ਮੁਤਾਬਕ ਹੀ ਹੁਣ ਤੁਰ ਰਹੇ ਨੇ। ਇਹ ਹਉਮੈ ਦੇ ਭੈੜੇ ਪ੍ਰਭਾਵ ਦੇ ਪਿੱਛੇ ਨਹੀਂ ਲੱਗਦੇ ਪਏ, ਕਿਉਂਕਿ ਉਹ ਮਰ ਚੁੱਕਿਆ ਹੈ, ਤੇ ਗੁਣਾਂ ਵਾਲਾ ਜੀਵਨ ਇਹਨਾਂ ਨੇ ਵੀ ਜੀਣਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਮਨ ਮੇਰਾ ਗੁਣਾਂ ਵਾਲੇ ਪਾਸੇ ਨੂੰ ਤੁਰਿਆ, ਤੇ ਮਨ ਨੇ ਇਹਨਾਂ ਨੂੰ ਵੀ ਗੁਣਾਂ ਵਾਲੇ ਪਾਸੇ ਨੂੰ ਹੀ ਤੋੜ ਦਿੱਤਾ। ਅੱਖਾਂ ਨੂੰ, ਕੰਨਾਂ ਨੂੰ, ਜ਼ੁਬਾਨ ਨੂੰ, ਇਹ ਵੀ ਗੁਣਾਂ ਵਾਲੇ ਪਾਸੇ ਨੂੰ ਹੀ ਤੁਰ ਪਏ ਨੇ। ਤੇ ਜਦੋਂ ਤੱਕ ਮੇਰਾ ਮਨ ਹਉਮੈ ਦੇ ਭੈੜੇ ਪ੍ਰਭਾਵ ਵਾਲੇ ਪਾਸੇ ਨੂੰ ਤੁਰਿਆ ਹੋਇਆ ਸੀਗਾ, ਉਦੋਂ ਤੱਕ ਇਹ ਜਿਹੜੇ ਅੰਗ ਸੀਗੇ, ਅੱਖਾਂ,
ਜ਼ੁਬਾਨ, ਕੰਨ, ਹੱਥ ਪੈਰ ਇਹ ਵੀ ਗਲਤ ਪਾਸੇ ਨੂੰ ਤੁਰੇ ਹੋਏ ਸੀ। ਸੋ ਜਦੋਂ ਮਨ ਦੀ ਸਾਂਝ ਚੰਗੇ ਗੁਣਾਂ ਨਾਲ ਪੈ ਜਾਂਦੀ ਹੈ ਤੇ ਸਾਰੇ ਦਾ ਸਾਰਾ ਇਹ ਸਰੀਰ ਜਿਹੜਾ ਹੈ ਉਹ ਸਹੀ ਪਾਸੇ ਨੂੰ ਤੁਰ ਪੈਂਦਾ ਹੈ। ਸੋ ਅੱਜ ਦੇ ਸ਼ਲੋਕ ਦੇ ਵਿੱਚ ਕਬੀਰ ਜੀ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖੀ ਹੈ। ਆਓ ਇਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦਾ ਯਤਨ ਕਰੀਏ। ਅਗਲੇ ਸ਼ਲੋਕ ਦੀ ਵਿਚਾਰ ਲੈ ਕੇ ਮੈਂ ਬਹੁਤ ਜਲਦ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ। ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਈ ਹੈ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜਿਨ੍ਹਾਂ ਨੇ ਅਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਬਾ ਦਿਓ, ਆਲ ਤੇ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਧੰਨਵਾਦ।